जी का खालसा वाहिगुरू जी की फतेह। ਅੱਜ ਦੇ ਤ੍ਰਿੰਜਣ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ। ਤੁਸੀਂ ਸਾਡੇ ਨਾਲ ਫਿਰ ਸਾਂਝ ਪਾਈ, ਉਹਦਾ ਬਹੁਤ ਬਹੁਤ ਧੰਨਵਾਦ। ਤੇ ਇਹ ਸੀਜ਼ਨ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਸੋਗ ਦੀ। ਜਦੋਂ ਸਾਡਾ ਕੋਈ ਵੀ ਨਜ਼ਦੀਕੀ ਗੁਜ਼ਰ ਜਾਂਦਾ ਹੈ ਤੇ ਅਸੀਂ ਉਹਨੂੰ ਕਿਵੇਂ ਨੈਵੀਗੇਟ ਕਰਨਾ ਇੱਕ ਕਿਸਮ ਦਾ। ਤੇ ਇਹ ਸੀਜ਼ਨ ਦੇ ਵਿੱਚ ਸਾਡੇ ਨਾਲ ਜੈਜ਼ ਭੈਣ ਜੀ ਨੇ ਸਾਂਝ ਪਾਈ ਹੈ। ਤੇ ਆਪਾਂ ਪਿਛਲੇ ਹਫਤੇ ਭੈਣ ਜੀ ਆਪਾਂ ਸਿੱਧਾ ਹੀ, ਕਿਉਂਕਿ ਗੱਲਾਂ ਇੰਨੀਆਂ ਨੇ ਤੇ ਆਪਣੇ ਕੋਲੇ ਸਮਾਂ ਥੋੜਾ ਹੁੰਦਾ ਹੈ, ਸੋ ਆਪਾਂ ਵੀ ਜਸਟ ਜੰਪ ਸਟ੍ਰੇਟ ਇਨ। ਪਿਛਲੇ ਹਫਤੇ ਆਪਾਂ ਗੱਲ ਕੀਤੀ ਸੀ ਥੋੜੀ ਜਿਹੀ ਸਟੇਜਸ ਬਾਰੇ ਕਿ ਸੋਗ ਦੇ ਗ੍ਰੀਫ ਜਿਹਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ, ਉਹਦੇ ਸਟੇਜਸ ਵੀ ਹੁੰਦੇ ਨੇ ਭੈਣ ਜੀ। ਤੁਸੀਂ ਸਾਨੂੰ ਥੋੜਾ ਜਿਹਾ ਉਹਨਾਂ ਬਾਰੇ ਦੱਸੋ। ਬਿਲਕੁਲ। ਸੋ ਪਿਛਲੇ ਹਫਤੇ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਜੋ ਜਜ਼ਬਾਤ ਆਉਂਦੇ ਨੇ, ਹੈ ਨਾ, ਸੋਗ ਦੇ ਵਿੱਚ ਜਿਹੜੇ ਜਜ਼ਬਾਤ ਅਸੀਂ ਮਹਿਸੂਸ ਕਰਦੇ ਨੇ, ਇਹਨਾਂ ਦੀਆਂ ਸਟੇਜਸ ਵੀ ਹੁੰਦੀਆਂ ਨੇ। ਔਰ ਇਹ ਸਟੇਜਸ ਜੇ ਤੁਹਾਨੂੰ ਪਤਾ ਹੈ, ਤੁਹਾਨੂੰ ਸਮਝ ਹੈ, ਫਿਰ ਜਿਉਂ ਤੁਸੀਂ ਆਪਣੇ ਸੋਗ ਨੂੰ ਤੁਸੀਂ ਨੈਵੀਗੇਟ ਕਰਦੇ ਹੋ, ਜਿੱਦਾਂ ਤੁਸੀਂ ਚੱਲਦੇ ਹੋ, ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋਏਗਾ ਕਿ ਤੁਸੀਂ ਠੀਕ ਹੋ, ਇਹ ਨੋਰਮਲ ਹੈ, ਆਮ ਚੀਜ਼ ਹੈ ਇਸ ਸੋਗ ਦੇ ਵਿੱਚ। ਸੋ ਸਟੇਜਸ ਜਿਹੜੀਆਂ ਨੇ ਉਹ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ, ਜੇ ਸਟੇਜਸ ਕਹਿੰਦੇ ਨੇ ਗ੍ਰੀਫ ਦੀਆਂ ਸਟੇਜਸ ਨਹੀਂ, ਪਰ ਇਹ ਜਦੋਂ ਸ਼ੁਰੂ ਹੋਈਆਂ ਸੀ ਨਾ, ਇਹ ਜੋ ਐਂਡ ਆਫ ਲਾਈਫ ਜੀ ਲੇਡੀ ਹੈਗੀ ਐਲਿਜ਼ਾਬੈਥ ਕੁਬਲਰ ਰੌਸ, ਉਹਨੇ ਐਂਡ ਆਫ ਲਾਈਫ ਦੇ ਪੇਸ਼ੈਂਟਸ ਨੂੰ ਦੇਖਿਆ ਸੀ ਜਿਨ੍ਹਾਂ ਦੇ ਕੋਲ ਟਾਈਮ ਥੋੜ੍ਹਾ ਸੀਗਾ। ਉਹਦੇ ਨਾਲ ਜਦੋਂ ਉਹਨਾਂ ਨੇ ਲੇਡੀ ਨੇ ਟਾਈਮ ਸਪੈਂਡ ਕੀਤਾ, ਉਹਨੇ ਦੇਖਿਆ ਸੀ ਕਿ ਉਸ ਸਮੇਂ 'ਚ ਉਹ ਸਟੇਜਸ ਬੰਦਾ ਜਾਂਦਾ ਆ। ਸੋ ਨੋਟ ਜਿਹੜਾ ਗੁਜ਼ਰ ਗਿਆ ਆ, ਜਿਹੜੇ ਉਹਨਾਂ ਦੇ ਨਜ਼ਦੀਕੀ ਨੇ ਐਂਟੀਸਿਪੇਟਰੀ, ਜਿਹੜਾ ਉਹਨਾਂ ਨੂੰ ਆਉਣ ਵਾਲੀ, ਜਿੱਦਾਂ ਉਹਨਾਂ ਦੇ ਲਾਸਟ ਫਿਊ ਡੇਜ਼ ਆ, ਉਸ ਚੀਜ਼ 'ਚ ਉਹਨੇ ਉਹ ਸਟੇਜਸ ਨੋਟ ਕੀਤੀਆਂ ਸੀਗੀਆਂ। ਪਰ ਉਹੀ ਸਟੇਜਸ ਫਿਰ ਅਸੀਂ ਦੇਖਿਆ ਸੀ, ਸਾਇੰਸ ਵਾਲਿਆਂ ਨੇ ਦੇਖਿਆ ਕਿ ਇਹ ਗੁਜ਼ਰ ਜਾਣ ਤੋਂ ਬਾਅਦ, ਡੈਥ ਤੋਂ ਬਾਅਦ ਵੀ ਆਹੀ ਸਿਮਿਲਰ ਸਟੇਜਸ ਆਉਂਦੀਆਂ ਨੇ। ਇਹ ਜੋ ਸਟੇਜਸ ਹੈ, ਇਹਨਾਂ ਦੇ ਕਾਫੀ ਡਿਫਰੈਂਟ ਮਾਡਲਸ ਨੇ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਤਕਰੀਬਨ ਜਿਹੜੇ ਜਜ਼ਬਾਤ ਨੇ ਹਰ ਇੱਕ ਸਟੇਜਸ ਵਿੱਚ ਉਹ ਸਿਮਿਲਰ, ਉਹ ਕਾਫੀ ਸੇਮ ਨੇ। ਹਾਂਜੀ, ਠੀਕ ਹੈ। ਔਰ ਇਹ ਜੋ ਸਟੇਜਸ ਹੈ, ਆਪਾਂ ਜਦੋਂ ਸਟੇਜਸ ਦੀ ਗੱਲ ਕਰਦੇ ਹਾਂ, ਸਾਡੇ ਮਨ 'ਚ ਆਉਂਦਾ ਕਿ ਪਹਿਲਾਂ ਸਟੇਜ 1, ਸਟੇਜ 2, ਸਟੇਜ 3। ਇਹੀ ਮੈਂ ਤੁਹਾਨੂੰ ਪੁੱਛਣ ਲੱਗੀ ਸੀ ਆਰਡਰ ਕਿ ਜ਼ਰੂਰੀ ਹੈ ਕਿ ਕਿਉਂਕਿ ਜਿਵੇਂ ਕਿ ਇੱਕ ਅਸੀਂ ਗੁੱਸੇ ਦੀ ਗੱਲ ਕੀਤੀ ਸੀ ਪਿਛਲੇ ਹਫਤੇ, ਅਸੀਂ ਡਿਪਰੈਸ਼ਨ ਦੀ ਗੱਲ ਕੀਤੀ ਸੀ, ਕਿ ਜ਼ਰੂਰੀ ਹੈ ਕਿ ਇਹਨਾਂ ਨੇ ਕਿਸੇ ਆਰਡਰ ਦੇ ਵਿੱਚ ਆਉਣਾ ਹੈ ਕਿ ਕਿਸੇ ਵੀ ਆਰਡਰ ਦੇ ਵਿੱਚ ਨਹੀਂ। ਇਹਦੀ ਕੋਈ ਇਹੀ ਚੀਜ਼ ਹੈ, ਇਹ ਸਟੇਜਸ ਨੇ, ਇਹ ਕੋਈ ਵੀ ਸਟੇਜ ਦੇ ਥਰੂ ਅਸੀਂ ਕਿਸੇ ਟਾਈਮ ਵੀ ਗੁਜ਼ਰ ਸਕਦੇ ਹਾਂ। ਤੇ ਇਸ ਤਰ੍ਹਾਂ ਵੀ ਹੋ ਸਕਦਾ ਕਿ ਅਸੀਂ ਇੱਕ ਸਟੇਜ ਦੇ ਵਿੱਚੋਂ ਗੁਜ਼ਰ ਚੁੱਕੇ ਹਾਂ ਤੇ ਫਿਰ ਦੁਬਾਰਾ ਉਹ ਆ ਜਾਂਦੀ ਹੈ। ਬਿਲਕੁਲ। ਇਹ ਸਿਰਫ ਆਈਡੀਆ ਹੁੰਦਾ ਕਿ ਇਹ ਜਜ਼ਬਾਤ ਹੈ, ਉਹਦੇ ਵਿੱਚੋਂ ਅਸੀਂ ਗੁਜ਼ਰਨਾ ਹੈ। ਮੈਂ ਫਿਰ ਉਹੀ ਐਨਾਲੋਜੀ, ਐਗਜ਼ਾਮਪਲ ਸਮੁੰਦਰ ਦੀ ਲਹਿਰਾਂ ਦੀ। ਸੋ ਉਹ ਲਹਿਰਾਂ ਜਦੋਂ ਅਸੀਂ ਸਿੱਖਣਾ ਸ਼ੁਰੂ ਕਰਦੇ ਹਾਂ ਤੈਰਨਾ, ਕਿ ਅਸੀਂ ਕਿੱਦਾਂ ਇਸ ਚੀਜ਼ ਤੋਂ ਤਰਨਾ ਹੈ, ਕਿਸ ਤਰ੍ਹਾਂ ਗੁਜ਼ਰਨਾ, ਉਹ ਫਿਰ ਅਸੀਂ ਜਜ਼ਬਾਤਾਂ ਨੂੰ ਜਦੋਂ ਸਮਝਣ ਲੱਗ ਜਾਂਦੇ ਹਾਂ, ਫਿਰ ਸਾਡੇ ਲਈ ਥੋੜ੍ਹਾ ਜਿਹਾ ਸੌਖਾ ਤਾਂ ਨਹੀਂ ਮੈਂ ਕਹਿ ਸਕਦੀ, ਪਰ ਸਾਨੂੰ ਐਟਲੀਸਟ ਥੋੜ੍ਹਾ ਅੰਦਾਜ਼ਾ ਹੋ ਜਾਂਦੇ ਸਾਡੇ ਅੰਦਰ। ਸੋ ਇਹ ਸਟੇਜਸ ਇਹਨਾਂ ਦੇ ਕੋਈ, ਅਗੇਨ ਜਿੱਦਾਂ ਗ੍ਰੀਫ, ਕੋਈ ਗਲਤ ਕੋਈ ਸਹੀ ਨਹੀਂ ਆ ਕਿ ਤੁਸੀਂ ਕਿਸੇ ਸਟੇਜ 'ਚ ਗੁਜ਼ਰ ਚੁੱਕੇ ਹੋ, ਹੁਣ ਤੁਸੀਂ ਇਸ ਸਟੇਜ 'ਚ ਜ਼ਰੂਰੀ ਜਾਣਾ। ਕੋਈ ਸਟੇਜ ਅਸੀਂ ਟੱਪ ਵੀ ਸਕਦੇ ਹਾਂ, ਇਹੀ ਮੈਂ ਪੁੱਛਣ ਲੱਗੀ ਸੀ, ਮੁੜ ਕੇ ਤੁਸੀਂ ਦੁਬਾਰਾ ਆ ਵੀ ਸਕਦੇ ਹੋ। ਸਮੇਂ ਦੀ ਵੀ ਨਹੀਂ ਕੋਈ ਹੁੰਦੀ ਕਿ ਮੈਂ ਇੰਨੇ ਸਮੇਂ ਲਈ ਆ ਸਟੇਜ 'ਚ ਰਵਾਂਗਾ ਅਤੇ ਇੰਨੇ ਸਮੇਂ ਲਈ, ਇਹਦਾ ਵੀ ਨਹੀਂ ਕੋਈ ਹੁੰਦਾ, ਕਿਉਂਕਿ ਸਮਾਂ, ਜਿੱਦਾਂ ਮੈਂ ਕਿਹਾ ਸੀ, ਗ੍ਰੀਫ ਦੇ ਵਿੱਚ ਟਾਈਮ ਲਾਈਨ ਨਹੀਂ ਹੈ। ਹਾਂਜੀ। ਸੋ ਮੈਂ ਤੁਹਾਨੂੰ ਸਟੇਜਸ ਬਾਰੇ ਸ਼ੁਰੂ ਕਰਦੀ ਹਾਂ ਦੱਸਣਾ, ਪਰ ਇਹ ਸਟੇਜਸ ਦਾ ਤੁਸੀਂ ਆਹੀ ਧਿਆਨ ਦੇਣਾ ਕਿ ਇਹਨਾਂ ਦਾ ਕੋਈ ਆਰਡਰ ਜ਼ਰੂਰੀ ਨਹੀਂ ਹੈ। ਹਾਂਜੀ, ਠੀਕ ਹੈ। ਸੋ ਪਹਿਲੀ ਸਟੇਜ, ਜਦੋਂ ਪਹਿਲਾਂ ਜਿਹੜੀ ਇੱਕ ਸਟੇਜ ਆਉਂਦੀ ਹੈ, ਉਹ ਡਿਨਾਇਲ, ਇੰਗਲਿਸ਼ ਵਿੱਚ ਡਿਨਾਇਲ ਕਹਿੰਦੇ ਆ। ਸੋ ਡਿਨਾਇਲ ਮੇਰੀ ਸਮਝ ਦੇ ਹਿਸਾਬ ਨਾਲ, ਜਿੱਥੇ ਤੱਕ ਮੈਨੂੰ ਸਮਝ ਹੈ, ਡਿਨਾਇਲ ਕਿ ਜਦੋਂ ਅਸੀਂ ਸਵੀਕਾਰ ਨਹੀਂ ਕਰਦੇ ਕਿ ਇਨਸਾਨ ਹੁਣ ਸਾਡੀ ਜ਼ਿੰਦਗੀ 'ਚੋਂ ਨਹੀਂ ਰਿਹਾ, ਕਿ ਅਸੀਂ ਇੱਕ ਕਿਸਮ ਦਾ ਅਸੀਂ ਇਹ ਸੋਚਦੇ ਹਾਂ ਕਿ ਨਹੀਂ, ਇਹ ਕਿਵੇਂ ਹੋ ਗਿਆ, ਇਹ ਹੋ ਹੀ ਨਹੀਂ ਸਕਦਾ। ਸੋ ਡਿਨਾਇਲ ਹੈ ਕਿ ਅਸੀਂ ਉਸ ਚੀਜ਼ ਨੂੰ ਮੰਨਦੇ ਨਹੀਂ, ਅਸੀਂ ਤਿਆਰ ਨਹੀਂ ਹੁੰਦੇ ਕਿ ਉਹ ਅਸੀਂ ਮੰਨੀਏ ਕਿ ਉਹ ਸਾਡੇ ਨਾਲ, ਉਹ ਇਨਸਾਨ ਸਾਡਾ ਪਿਆਰਾ ਨਹੀਂ ਰਿਹਾ।
ਸੋ ਅਸੀਂ ਉਸ ਚੀਜ਼ ਨੂੰ ਡਿਨਾਈ ਕਰਦੇ ਨੇ ਕਿ ਤੂੰ ਗੱਲ ਨਾ ਕਰ। ਉਹ ਮੋਸਟਲੀ ਇਹ ਜੇ ਕੋਈ ਟਰਾਮਾ, ਜੇ ਕੋਈ ਇਹੋ ਜਿਹਾ ਸਦਮੇ ਵਾਲੀ ਗੱਲ ਹੋਵੇ, ਇੱਕਦਮ ਹੋਵੇ, ਯੂਜੂਅਲੀ ਇਹੋ ਜਿਹੀ ਸਿਚੁਏਸ਼ਨਸ ਦੇ ਵਿੱਚ ਡਿਨਾਈਲ ਆਦਾ ਕਿ ਕਿਸ ਤਰ੍ਹਾਂ ਹੋ ਹੀ ਨਹੀਂ ਸਕਦਾ, ਤੁਸੀਂ ਕੀ ਗੱਲ ਕਰ ਰਹੇ ਹੋ। ਹਾਂਜੀ, ਮੇਰੇ ਇੱਕ ਕਲਾਇੰਟ ਸੀਗੀ ਜਿਹਦੇ ਡੈਡ ਦਾ ਸਡਨਲੀ ਹਾਰਟ ਅਟੈਕ, ਉਹ 7 ਸਾਲਾਂ ਦੀ ਸੀਗੀ ਤੇ ਉਹਦੇ ਡੈਡ ਦਾ ਹਾਰਟ ਅਟੈਕ ਹੋ ਗਿਆ। ਤੇ ਉਹ ਜਦੋਂ ਉਹਨਾਂ ਦੇ ਘਰ ਲੋਕੀ ਆਉਣ ਲੱਗ ਗਏ ਅਫਸੋਸ ਕਰਨ ਲਈ, ਉਹਦੀ ਜਿਹੜੀ ਮੰਮੀ ਸੀਗੀ ਉਹ ਕਹਿੰਦੀ ਸੀ ਕਿ ਤੁਸੀਂ ਕਿਉਂ ਆਏ ਹੋ, ਕਿਉਂ ਰੋਂਦੇ ਪਏ ਹੋ, ਜਾਓ ਇੱਥੋਂ, ਕੀ ਗੱਲ ਹੈ। ਸੋ ਉਹ ਡਿਨਾਈਲ ਦਾ ਇੱਕ ਸਟੇਜ ਹੁੰਦਾ ਕਿ ਤੁਸੀਂ ਮੰਨਣਾ ਨਹੀਂ ਚਾਹੁੰਦੇ ਹੋ ਕਿ ਜੋ ਇਹ ਬੰਦਾ ਮੈਨੂੰ ਦੱਸ ਰਿਹਾ ਹੈ ਕਿ ਮੇਰਾ ਲਵਡ ਵਨ ਨਹੀਂ ਰਿਹਾ, ਉਹਨਾਂ ਦੀ ਡੈਥ ਹੋ ਗਈ ਹੈ, ਉਹ ਗੁਜ਼ਰ ਗਏ, ਅਸੀਂ ਉਹਨੂੰ ਮੰਨਦੇ ਨਹੀਂ ਗੇ। ਓਕੇ, ਉਹ ਹੁੰਦਾ ਡਿਨਾਈਲ। ਥੋੜਾ ਜਿਹਾ ਉਹਦੇ 'ਚ ਸ਼ੌਕ ਵੀ ਆ ਜਾਂਦਾ ਕਿ ਤੁਸੀਂ ਸ਼ੌਕ ਮਹਿਸੂਸ ਕਰਦੇ ਹੋ, ਸਦਮਾ। ਹਾਂਜੀ। ਫਿਰ ਇੱਕ ਸਟੇਜ ਹੁੰਦੀ ਹੈ ਐਂਗਰ ਦੀ, ਗੁੱਸੇ ਦੀ, ਜੋ ਆਪਾਂ ਪਿਛਲੇ ਵਾਰੀ ਵੀ ਗੱਲ ਕੀਤੀ ਸੀ। ਗੁੱਸਾ ਸਾਡੇ ਕੋਲ, ਅਸੀਂ ਸਡਨਲੀ ਜਦੋਂ ਅਸੀਂ ਸਮਝ ਆਉਂਦੇ ਕਿ ਓਕੇ ਉਹ ਮੇਰਾ ਪਿਆਰਾ ਨਹੀਂ ਰਿਹਾ, ਕਿਉਂ ਗਿਆ। ਇਹ ਜਿਹੜਾ ਗੁੱਸਾ ਹੁੰਦਾ ਭੈਣ ਜੀ, ਇਹ ਗੁੱਸਾ ਜਾਣ ਵਾਲੇ ਤੇ ਵੀ ਹੋ ਸਕਦਾ ਕਿ ਤੂੰ ਕਿਉਂ ਚਲਾ ਗਿਆ, ਆਪਣੇ ਆਪ ਤੇ ਵੀ ਹੋ ਸਕਦਾ ਹੈ। ਔਰ ਅਸੀਂ ਥੋੜੀ ਜਿਹੀ ਪਿਛਲੇ ਵੀਕ ਧਰਮ ਦੀ ਵੀ ਗੱਲ ਕੀਤੀ ਸੀ ਕਿ ਗੁੱਸਾ ਰੱਬ ਦੇ ਵੀ ਸਾਨੂੰ ਆਉਂਦਾ ਹੈ ਕਿ ਤੂੰ ਮੇਰਾ ਕਿਉਂ ਖੋ ਲਿਆ। ਠੀਕ ਹੈ, ਗੁੱਸਾ, ਹਾਂ ਗੁੱਸਾ ਇਹ ਹੁੰਦਾ ਕਿ ਸਾਡੀ ਚੀਜ਼ ਸਾਡੇ ਕੰਟਰੋਲ 'ਚ ਨਹੀਂ ਰਿਹਾ। ਜੋ ਅਸੀਂ, ਜੇ ਕਿਸੇ ਦਾ ਕੋਈ ਬਿਮਾਰ ਸੀਗਾ, ਅਸੀਂ ਸਾਰਾ ਕੁਝ ਕੀਤਾ ਉਹਨੂੰ ਬਚਾਉਣ ਲਈ, ਉਹਨਾਂ ਨੂੰ ਠੀਕ ਕਰਨ ਲਈ, ਸੇਵਾ ਕੀਤੀ, ਉਹ ਫਿਰ ਵੀ ਜੇ ਉਹਨਾਂ ਦੀ ਡੈਥ ਹੋ ਗਈ, ਜਾਂ ਆਪਾਂ ਕਿਸੇ ਨੂੰ ਕੋਈ ਮਦਦ ਟਰਾਈ ਕਰ ਰਹੇ ਸੀਗੇ, ਜਿੱਦਾਂ ਐਡਿਕਸ਼ਨਸ ਹੁੰਦੀਆਂ ਆ, ਅਸੀਂ ਨਹੀਂ ਬਚਾ ਸਕੇ, ਸਾਨੂੰ ਆਪਣੇ ਤੇ ਪਹਿਲੇ ਗੁੱਸਾ ਆ ਸਕਦਾ, ਖੁਦ ਤੇ ਕਿ ਮੈਂ ਇਨਫ ਨਹੀਂ ਕੀਤਾ, ਮੈਂ ਕੁਝ ਵੀ ਨਹੀਂ ਕੀਤਾ, ਜਾਂ ਮੈਂ ਥੋੜਾ ਜਿਹਾ ਹੋਰ ਕਰ ਲੈਂਦੀ ਤਾਂ। ਔਰ ਇੱਕ ਹੋਰ ਵੀ ਹੋ ਸਕਦਾ, ਜੇ ਤੁਸੀਂ, ਮੇਰੇ ਨਾਲ ਇਹ ਹੋਇਆ ਸੀ ਕਿਉਂਕਿ ਮੇਰੇ ਡੈਡ ਦੀ ਜਦੋਂ ਡੈਥ ਹੋਈ ਸੀਗੀ, ਮੈਨੂੰ ਬਹੁਤ ਗੁੱਸਾ ਸੀ ਆਪਣੇ ਤੇ ਵੀ ਕਿ ਮੈਂ ਹਮੇਸ਼ਾ ਆਪਣੇ ਡੈਡ ਨਾਲ ਲੜਦੀ ਰਹੀ ਕਿਉਂਕਿ ਉਹਨਾਂ ਨੂੰ ਪ੍ਰੋਬਲਮ ਸੀਗੀ ਐਲਕੋਹਲ ਐਡਿਕਸ਼ਨ ਦੀ। ਉਸ ਟਾਈਮ ਤੇ ਸਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਸੀਗਾ, ਇਹ ਚੀਜ਼ਾਂ ਦਾ ਸਾਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਐਕਚੁਅਲੀ ਬਿਮਾਰੀ ਆ। ਐਡਿਕਸ਼ਨਸ ਨੂੰ ਆਪਾਂ ਸਮਝਦੇ ਸੀ ਕਿ ਬੰਦਾ ਕਿਉਂ ਨਹੀਂ ਹਟਦਾ, ਕਿਉਂ ਨਹੀਂ ਹਟਦਾ, ਹਾਂ, ਪਰ ਇਹ ਹੁਣ ਸਾਨੂੰ ਪਤਾ ਲੱਗ ਰਿਹਾ, ਅਸੀਂ ਜੋ ਗੱਲਾਂ ਕਰਦੇ ਕਿ ਜਿਹੜੀ ਐਡਿਕਸ਼ਨ ਹੈ ਉਹ ਬਿਮਾਰੀ ਆ, ਉਹਦਾ ਕੋਈ ਕਾਰਨ ਆ। ਇਹ ਨਹੀਂ ਕਿ ਉਹ ਬੰਦਾ ਜਾਣ ਕੇ ਇਹ ਕਰਦਾ, ਉਸ ਚੀਜ਼ 'ਚੋਂ ਉਹਨੂੰ ਕੁਝ ਮਿਲਦਾ। ਸੋ ਸਾਨੂੰ ਇਹ ਸਮਝ ਨਹੀਂ ਸੀਗੀ। ਆਈ ਥਿੰਕ ਅਸੀਂ ਹੁਣ ਜਦ ਐਡਿਕਸ਼ਨ ਦੀ ਗੱਲ ਛੇੜ ਹੀ ਲਈ ਤਾਂ ਐਡਿਕਸ਼ਨ ਅਸੀਂ ਅਕਸਰ ਇਹ ਕਹਿੰਦੇ ਆ ਕਿ ਤੂੰ ਕਿਉਂ ਕਰਦਾ ਹੈ। ਇਹ ਗਲਤ ਸਵਾਲ ਹੈ। ਇਹ ਸਾਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਤੈਨੂੰ ਕੀ ਮਿਲਦਾ ਹੈ ਕਰਕੇ, ਜਾਂ ਇਹ ਕਰਨ ਦੇ ਨਾਲ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿਉਂਕਿ ਇਟ ਮੀਨਸ ਇਹਦਾ ਇਹ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਐਡਿਕਸ਼ਨ ਦੇ ਨਾਲ ਪੂਰੀ ਹੋ ਰਹੀ ਹੈ ਉਹ ਚੀਜ਼ ਦੀ ਕਮੀ ਹੈ ਸਾਡੀ ਲਾਈਫ ਦੇ ਅੰਦਰ। ਬਿਲਕੁਲ, ਪਰ ਅਸੀਂ ਸਮਝਦੇ ਨਹੀਂ। ਹਾਂਜੀ, ਤਾਂ ਉਸ ਟਾਈਮ ਤੇ ਸਾਨੂੰ ਕੋਈ ਸਮਝ ਨਹੀਂ ਸੀਗੀ, ਉਸ ਟਾਈਮ ਤੇ ਇਹ ਗੱਲਾਂ ਨਹੀਂ ਹੁੰਦੀਆਂ ਸੀਗੀਆਂ। ਮੈਂ ਵੀ ਥੋੜੀ, ਮੈਨੂੰ ਐਜੂਕੇਸ਼ਨ ਵਾਈਜ਼ ਮੈਨੂੰ ਕੋਈ ਆਈਡੀਆ ਨਹੀਂ ਸੀਗਾ। ਮੇਰੇ ਪਾਪਾ ਜੋ ਸੀਗੇ ਬਹੁਤ ਲਵਿੰਗ, ਬਹੁਤ ਪਿਆਰ ਕਰਨ ਵਾਲੇ, ਸਾਰਿਆਂ ਨੂੰ ਪਿਆਰ ਕਰਨ ਵਾਲੇ ਬੰਦੇ ਸੀਗੇ, ਪਰ ਉਹਨਾਂ ਦੇ ਕੋਲ ਇਹ ਚੀਜ਼ ਸੀਗੀ। ਔਰ ਸਿਰਫ ਮੇਰੇ ਪਾਪਾ ਨੂੰ ਨਹੀਂ ਸੀਗੀ, ਇਹ ਆਮ ਸਾਡੀ ਕਮਿਊਨਿਟੀ ਦੇ ਵਿੱਚ ਹੈਗੀ ਹੈ ਪ੍ਰੋਬਲਮ। ਉਸ ਟਾਈਮ ਤੇ ਉਹਨਾਂ ਦੇ ਕਾਫੀ ਨਜ਼ਦੀਕੀ ਫਰੈਂਡਸ ਵੀ ਇਸ ਚੀਜ਼ 'ਚੋਂ ਗੁਜ਼ਰੇ ਸੀਗੇ, ਪਰ ਅਸੀਂ ਹਮੇਸ਼ਾ ਉਹਨਾਂ ਨਾਲ ਲੜਦੇ ਰਹੇ। ਸੋ ਜਦੋਂ ਮੇਰੇ ਪਾਪਾ ਦੀ ਡੈਥ ਹੋਈ, ਮੈਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਆਇਆ ਕਿ ਮੈਂ ਕਿਉਂ ਇੰਨਾ ਲੜਦੀ ਸੀ। ਇਹ ਗੁੱਸੇ ਦੇ ਨਾਲ ਫਿਰ ਤੁਸੀਂ ਕਹਿ ਸਕਦੇ ਹੋ ਕਿ ਸਿਰਫ ਗੁੱਸਾ ਨਹੀਂ, ਗੁੱਸੇ ਦੇ ਨਾਲ ਇੱਕ ਪਛਤਾਵਾ ਵੀ ਹੁੰਦਾ ਹੈ। ਪਛਤਾਵਾ ਹੁੰਦਾ, ਰਿਗਰੈਟ ਕਿ ਅਸੀਂ ਕੀਤਾ ਨਹੀਂ। ਇਹ ਥੋੜੀ ਜਿਹੀ ਹੋਰ ਦੂਸਰੀ ਸਟੇਜ 'ਚ ਵੀ ਆ ਜਾਂਦੀ, ਪਰ ਇਹ ਸਾਰੀਆਂ ਥੋੜਾ ਬਹੁਤਾ ਜੁੜੀਆਂ ਹੁੰਦੀਆਂ ਨੇ, ਲਿੰਕਡ ਹੁੰਦੀਆਂ ਨੇ। ਸੋ ਜਿਹੜਾ ਗੁੱਸਾ ਆ ਉਹ ਮੈਨੂੰ ਆਪਣੇ ਤੇ ਆਇਆ ਕਿ ਮੈਂ ਕਿਉਂ ਨਹੀਂ, ਔਰ ਮੈਂ ਕਿਉਂ ਨਹੀਂ ਹੈਲਪ ਲੱਭੀ, ਮੈਂ ਕਿਉਂ ਨਹੀਂ ਮੈਨੂੰ। ਫਿਰ ਮੇਰੇ ਪਾਪਾ ਤੇ ਵੀ ਆਇਆ, ਜਿਹੜਾ ਬੰਦਾ ਜਦੋਂ ਜਿਹਦੀ ਡੈਥ ਹੋਈ, ਸਾਨੂੰ ਉਹਨਾਂ ਤੇ ਵੀ ਗੁੱਸਾ ਆਉਂਦਾ। ਇੱਕ ਤਾਂ ਕਿਉਂ ਤੁਸੀਂ ਚਲੇ ਗਏ ਹੋ ਸਾਨੂੰ ਛੱਡ ਕੇ, ਜੇ ਕੋਈ ਸਪੈਸ਼ਲੀ ਜਿਹੜਾ ਕੋਈ ਅਨਐਕਸਪੈਕਟਡ ਡੈਥ ਹੋਵੇ, ਤੁਸੀਂ ਉਸ ਬੰਦੇ ਨੂੰ, ਅਸੀਂ ਉਸ ਟਾਈਮ ਤੇ ਫੀਲ ਕਰਦੇ ਕਿ ਕਿਉਂ ਸਾਨੂੰ ਤੁਸੀਂ ਛੱਡ ਕੇ ਚਲੇ ਗਏ। ਉਸ ਟਾਈਮ ਤੇ ਸਾਨੂੰ ਉਸ ਸੋਗ ਦੇ ਵਿੱਚ ਉਹੀ ਸਮਝ ਆਉਂਦਾ ਆ। ਸੋ ਅਸੀਂ ਸੋਚਦੇ ਹਾਂ ਕਿ ਉਹ ਸਾਡੇ ਨਾਲ ਕਿਉਂ ਚਲੇ ਗਏ, ਸਾਨੂੰ ਛੱਡ ਕੇ, ਸਾਡੇ ਇੰਨੇ ਕੰਮ ਨੇ, ਸਾਡੀ ਕਿੰਨੀ ਜ਼ਿੰਦਗੀ ਸੀਗੀ, ਅਸੀਂ ਉਹਨਾਂ ਤੇ ਵੀ ਗੁੱਸਾ ਕਰਦੇ ਹਾਂ।
ਉਹਨਾਂ ਤੇ ਗੁੱਸਾ ਕਰ ਸਕਦੇ ਕਿ ਤੁਸੀਂ ਆਪਣਾ ਧਿਆਨ ਕਿਉਂ ਨਹੀਂ ਰੱਖਿਆ ਇਸ ਜੇ ਇਹ ਬਹੁਤ ਐਡਿਕਸ਼ਨ ਤਰ੍ਹਾਂ ਕਿ ਦੀਆਂ- ਕਿਉਂ ਬਹੁਤ ਟਾਈਪ ਦੇ ਸਾਡੇ ਉਹ ਫੀਲਿੰਗ ਹਾਂਜੀ, ਗੁੱਸਾ ਆ ਗੁੱਸਾ ਸਕਦਾ। ਵੀ ਕਈ ਗੱਲਾਂ ਤੇ। ਹਾਂ। ਮੇਰੀ ਵੀ ਇੱਕ ਬਹੁਤ ਨਜ਼ਦੀਕੀ ਦੋਸਤ ਹੈਗੀ ਹੈ, ਅਸੀਂ ਇਕੱਠੇ ਕੰਮ ਕਰਦੇ ਹਾਂ, ਔਰ ਉਹਦੀ ਵੀ ਉਮਰ ਬਹੁਤ 3 ਭੈਣ ਭਰਾ ਨੇ, ਤੇ ਸ਼ਾਇਦ ਉਹ ਵੀ ਦੇਖ ਰਹੇ ਹੋਣਗੇ ਸ਼ੋ। ਉਹ ਮਤਲਬ ਕਿ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ, ਤੇ ਉਹਨਾਂ ਦੇ ਅੰਦਰ ਵੀ ਇਹ ਸੀਗਾ ਕਿ ਹਜੇ ਉਹਨਾਂ ਨੇ ਸਾਡੇ ਵਿਆਹ ਨਹੀਂ ਦੇਖੇ, ਹਜੇ ਉਹਨਾਂ ਨੇ ਕੁਝ ਵੀ ਨਹੀਂ ਦੇਖਿਆ, ਹਜੇ ਉਹਨਾਂ ਨੇ ਸਾਡੇ ਮਤਲਬ ਕਿ ਆਪਣੇ ਪੋਤੇ ਹਾਂਜੀ ਪੋਤੇ ਪੋਤੀਆਂ ਨਹੀਂ ਦੇਖੇ, ਕਿ ਉਹਨਾਂ ਨੂੰ ਇਸ ਚੀਜ਼ ਦਾ ਵੀ ਗੁੱਸਾ ਵੀ ਸੀਗਾ ਸਮੇਂ ਤੇ ਕਿ ਇਹ ਸਮਾਂ ਕਿਉਂ ਸਾਡੇ ਤੇ ਇਸ ਤਰ੍ਹਾਂ ਦਾ ਆਇਆ। ਗੁੱਸਾ ਅਸੀਂ ਉਸ ਤੇ ਵੀ ਕਰਦੇ। ਫਿਰ ਅਸੀਂ ਲਾਸਟ ਵੀਕ ਗੱਲ ਕੀਤੀ ਸੀ ਜਿਹੜਾ ਆਪਾਂ ਰੱਬ ਨਾਲ ਰੁੱਸ ਜਾਂਦੇ, ਸਾਨੂੰ ਰੱਬ ਤੇ ਗੁੱਸਾ ਆਉਂਦਾ ਆ, ਦੁਨੀਆ ਤੇ ਗੁੱਸਾ ਆਉਂਦਾ ਆ, ਲੋਕਾਂ ਤੇ ਗੁੱਸਾ ਆਉਂਦਾ ਆ ਕਿ ਉਹਨਾਂ ਨੇ ਸਾਡੀ ਕਿਉਂ ਨਹੀਂ ਹੈਲਪ ਕੀਤੀ। ਸੋ ਗੁੱਸਾ ਜੋ ਹੈ ਇੱਕ ਜਜ਼ਬਾਤ ਹੈ, ਪਰ ਇਹ ਖੁਦ ਇੱਕ ਸਟੇਜ ਹੁੰਦੀ ਹੈ ਸੋਗ ਦੇ ਵਿੱਚ ਜੋ ਅਸੀਂ ਸਾਡੇ ਤੇ ਬੀਤਦੀ ਹੈ ਉਸ ਟਾਈਮ ਤੇ। ਕਿੰਨੀ ਦੇਰ ਲਈ ਤੁਸੀਂ ਗੁੱਸੇ 'ਚ ਰਹੋਗੇ ਇਹ ਤੁਹਾਡੇ ਤੇ ਆ। ਜੋ ਤੁਸੀਂ ਗੁੱਸਾ ਜੇ ਤੁਹਾਨੂੰ ਪਹਿਲੇ ਤਾਂ ਅਵੇਅਰਨੈਸ ਹੁੰਦੀ ਆ ਕਿ ਮੈਨੂੰ ਉਸ ਟਾਈਮ ਤੇ ਕਈਆਂ ਨੂੰ ਨਹੀਂ ਅਵੇਅਰਨੈਸ ਹੁੰਦੀ, ਉਸ ਟਾਈਮ ਤੇ ਅਸੀਂ ਸਿਰਫ ਫੀਲਿੰਗਸ ਇਮੋਸ਼ਨ ਫੀਲ ਕਰਦੇ, ਜਜ਼ਬਾਤ ਸਾਡਾ ਜਿਹੜਾ ਲੌਜੀਕਲ ਮਾਈਂਡ ਕਈ ਵਾਰੀ ਨਹੀਂ ਕਰਦਾ, ਸਾਡਾ ਇਮੋਸ਼ਨਲ ਮਾਈਂਡ ਕੰਮ ਕਰਦਾ ਹੈ। ਅਸੀਂ ਦਿਮਾਗੀ ਤੌਰ ਤੇ ਨਹੀਂ, ਸੋ ਅਸੀਂ ਜਜ਼ਬਾਤਾਂ ਦੀ ਸੋਚਦੇ। ਸੋ ਉਸ ਟਾਈਮ ਤੇ ਸਾਨੂੰ ਹਰ ਇੱਕ ਤੇ ਗੁੱਸਾ ਆਉਂਦਾ ਆ, ਖਿਝ ਚੜ੍ਹਦੀ ਹੈ। ਸੋ ਇਹ ਵੀ ਇੱਕ ਸਟੇਜ ਹੈ। ਤੁਸੀਂ ਇਹ ਕਿਹਾ ਕਿ ਇਹ ਸਟੇਜ ਕਿੰਨੀ ਦੇਰ ਰਹਿਣੀ ਹੈ, ਉਹ ਤੁਸੀਂ ਕਿਹਾ ਕਿ ਇਹ ਸਾਡੇ ਹੱਥ ਵੱਸ ਹੈ। ਮਤਲਬ ਕਿ ਸਾਨੂੰ ਜਦੋਂ ਅਹਿਸਾਸ ਇਹਨਾਂ ਦੀ ਅਵੇਅਰਨੈਸ ਹੋ ਜਾਵੇ ਅਸੀਂ ਫਿਰ ਸ਼ਿਫਟ ਹੋ ਸਕਦੇ ਹਾਂ ਇਹਨਾਂ ਤੋਂ। ਪਰ ਇਹਦੇ 'ਚ ਕੋਈ ਰਾਈਟ ਰੋਂਗ ਨਹੀਂ ਹੈ। ਬਿਲਕੁਲ, ਹਮੇਸ਼ਾ ਅਸੀਂ ਸ਼ੋਅ ਤੇ ਕਹਿੰਦੇ ਹਾਂ ਕੋਈ ਵੀ ਚੀਜ਼ ਸਹੀ ਜਾਂ ਗਲਤ ਨਹੀਂ ਹੁੰਦੀ, ਸਿਰਫ ਹੁੰਦੀ ਹੈ। ਪਰ ਜਿਹੜਾ ਗੁੱਸਾ ਜਦੋਂ ਸਾਨੂੰ ਅਹਿਸਾਸ ਹੋ ਜਾਂਦਾ ਕਿ ਹਾਂਜੀ ਹੁਣ ਮੈਂ ਇਸ, ਪਹਿਲੀ ਗੱਲ ਤਾਂ ਸਾਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਨਹੀਂ ਸੀ ਹੁੰਦਾ, ਹੁਣ ਸਾਨੂੰ ਪਤਾ ਚੱਲ ਰਿਹਾ ਹੈ। ਅਸੀਂ ਹੁਣ ਕਹਿੰਦੇ ਹਾਂ ਕਿ ਹਾਂਜੀ ਹੁਣ ਅਵੇਅਰਨੈਸ ਆ ਜਾਂਦਾ, ਅਹਿਸਾਸ ਆ ਜਾਂਦਾ ਕਿ ਹੁਣ ਮੈਂ ਸੋਗ ਦੇ ਇਹ ਸਟੇਜ ਦੇ ਵਿੱਚੋਂ ਗੁਜ਼ਰ ਰਹੀ ਹਾਂ ਜਾਂ ਗੁਜ਼ਰ ਰਿਹਾ। ਫਿਰ ਅਸੀਂ ਉਹਦਾ ਕੁਛ ਨਾ ਕੁਛ ਕਰ ਸਕਦੇ ਹਾਂ ਉਹਦੇ ਬਾਰੇ। ਸੋ ਇਸ ਤਰੀਕੇ ਦੇ ਵਿੱਚ ਸ਼ਾਇਦ ਉਹ ਸਾਡੇ ਹੱਥ ਵੱਸ ਹੈ। ਹਾਂ ਨਹੀਂ ਅਸੀਂ ਇਸ ਬਾਰੇ ਇੱਕ ਹੋਰ ਐਪੀਸੋਡ 'ਚ ਵੀ ਗੱਲ ਕਰਾਂਗੇ ਕਿ ਇਹ ਜਦੋਂ ਸਾਨੂੰ ਅਹਿਸਾਸ ਪਤਾ ਲੱਗਦਾ, ਸਾਨੂੰ ਸਮਝ ਆਉਂਦੀ, ਅਸੀਂ ਕਿਵੇਂ ਸਾਡੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਕਿਵੇਂ ਅਸੀਂ ਸੰਭਾਲ ਸਕਦੇ। ਜੋ ਇਮੋਸ਼ਨਲ ਅਸੀਂ ਕਹਿੰਦੇ ਇੰਟੈਲੀਜੈਂਸ, ਹਾਂਜੀ, ਇਸ ਚੀਜ਼ ਵਿੱਚ ਕਿ ਮੈਨੂੰ ਇਹ ਅਹਿਸਾਸ ਆ ਰਹੇ ਨੇ। ਪਹਿਲੇ ਤਾਂ ਅਵੇਅਰਨੈਸ, ਉਹਨਾਂ ਨੂੰ ਤੁਸੀਂ ਐਕਨੋਲੇਜ ਕਰਨਾ ਕਿ ਠੀਕ ਹੈ, ਮੰਨਣਾ ਕਿ ਮੈਨੂੰ ਗੁੱਸਾ ਆ ਰਿਹਾ, ਜੱਜ ਨਹੀਂ ਕਰਨਾ ਕਿ ਹਾਂ ਮੈਂ ਬਹੁਤ ਭੈੜੀ ਹਾਂ, ਮੈਨੂੰ ਗੁੱਸਾ ਨਾ, ਮੈਨੂੰ ਗੁੱਸਾ ਆ ਰਿਹਾ ਆ। ਉਹਦਾ ਹੁਣ ਉਹਨੂੰ ਤੁਸੀਂ ਪਹਿਲੇ ਉਹਨੂੰ ਤੁਸੀਂ ਐਕਸਪ੍ਰੈਸ ਕਰੋ ਕਿ ਹਾਂ ਮੈਨੂੰ ਗੁੱਸਾ ਆ ਰਿਹਾ ਆ। ਫਿਰ ਉਹਦੇ ਤਰੀਕੇ ਹੁੰਦੇ ਕਿ ਕੀ ਕਰ ਸਕਦੇ ਹੋ, ਇਹ ਤੁਹਾਡੇ ਡਿਪੈਂਡ ਕਰਦਾ। ਸਭ ਤੋਂ ਪਹਿਲਾ ਸਟੇਜ ਇਹ ਹੈ ਕਿ ਅਹਿਸਾਸ ਕਿ ਹਾਂਜੀ ਮੈਨੂੰ ਗੁੱਸਾ ਆ ਰਿਹਾ, ਅਵੇਅਰਨੈਸ। ਫਿਰ ਦੂਸਰੀ ਗੱਲ ਹੈ ਕਿ ਉਹਨੂੰ ਮੰਨ ਲੈਣਾ ਕਿ ਹਾਂਜੀ ਮੈਨੂੰ ਗੁੱਸਾ ਆ ਰਿਹਾ ਹੈ, ਕਿਉਂ ਆ ਰਿਹਾ ਸ਼ਾਇਦ ਮੈਨੂੰ ਹਜੇ ਨਹੀਂ ਪਤਾ, ਤੇ ਪਰ ਮੈਨੂੰ ਆ ਰਿਹਾ। ਇਹਦਾ ਇਹ ਨਹੀਂ ਮਤਲਬ ਕਿ ਮੈਂ ਇੱਕ ਬਹੁਤ ਬੁਰਾ ਇਨਸਾਨ ਹੈ ਕਿ ਹੁਣ ਮੈਨੂੰ ਜਸਟ ਕਿ ਮੈਨੂੰ ਗੁੱਸਾ ਆ ਰਿਹਾ, ਦੈਟਸ ਇਟ। ਐਂਡ ਦੈਨ ਆਰਟੀਕਿਊਟ, ਮੈਂ ਇਹਨੂੰ AAA ਕਹਿੰਦੀ ਹੁੰਦੀ ਮੇਰੇ ਕਲਾਇੰਟਸ ਨੂੰ। AAA ਇੱਕ ਹੁੰਦਾ ਕਿ ਤੁਸੀਂ ਅਵੇਅਰ, ਤੁਹਾਨੂੰ ਪਤਾ ਲੱਗ ਜਾਵੇ, ਅਹਿਸਾਸ ਆ ਜਾਵੇ ਕਿ ਹਾਂ ਮੈਨੂੰ ਇਸ ਚੀਜ਼ ਦਾ, ਮੈਨੂੰ ਇਸ ਤਰ੍ਹਾਂ ਦੀ ਫੀਲਿੰਗ ਹੋ ਰਹੀ ਆ। ਫਿਰ ਤੁਸੀਂ ਐਕਨੋਲੇਜ ਕਰਦੇ ਹੋ, ਮਤਲਬ ਕਿ ਉਹਨੂੰ ਮੰਨ ਲੈਣਾ ਕਿ ਮੈਂ ਇਸ ਤਰ੍ਹਾਂ ਫੀਲ ਕਰ। ਫਿਰ ਆਰਟੀਕੂਲੇਟ, ਉਹਨੂੰ ਤੁਸੀਂ ਬੋਲਣਾ ਕਿਸੇ ਨੂੰ ਜਾਂ ਖੁਦ ਨੂੰ ਵੀ ਕਿ ਹਾਂ ਮੰਨ ਲੈਣਾ ਕਿ ਹਾਂ ਮੈਨੂੰ ਗੁੱਸਾ ਆ ਰਿਹਾ। ਫਿਰ ਉਸ ਤੋਂ ਬਾਅਦ ਅਸੀਂ ਹੋਰ ਚੀਜ਼ਾਂ ਦੇਖ ਸਕਦੇ ਕਿ ਇਹ 'ਚੋਂ ਕਿੱਦਾਂ ਤੁਸੀਂ ਨਿਕਲਣਾ, ਇਹਨੂੰ ਸ਼ਿਫਟ ਕਰਨਾ ਆ ਕਿ ਤੁਸੀਂ ਇਹਨੂੰ ਕਾਮ ਡਾਊਨ ਕਰਨਾ ਆ। ਉਹਦੇ ਵੀ ਹੋਰ ਤਰੀਕੇ ਹੈ ਕਿ ਆਪਾਂ ਕਰਾਂਗੇ। ਪੰਜਾਬੀ ਦੇ ਵਿੱਚ ਇੱਕ ਇਸ ਤਰ੍ਹਾਂ ਵੀ ਕਹਿੰਦੇ ਹੁੰਦੇ ਸੀ, ਗੁੱਸਾ ਥੁੱਕ ਦੇ। ਸ਼ਾਇਦ ਉਹਨਾਂ ਨੂੰ ਇਹ ਪਤਾ ਸੀਗਾ ਕਿ ਇਹ ਵੀ ਇੱਕ ਐਨਰਜੀ ਹੈ, ਸਾਡੇ ਜਜ਼ਬਾਤ ਇੱਕ ਐਨਰਜੀ ਨੇ, ਕਿ ਇਹ ਕਿਉਂਕਿ ਇਹ ਗੱਲਾਂ ਬਣ ਕੇ ਰਹਿ ਗਈਆਂ ਨੇ, ਗੱਲਾਂ ਦੇ ਪਿੱਛੇ ਡੂੰਘੇ ਮੀਨਿੰਗ ਜਿਹੜੇ ਆ ਉਹ ਅਸੀਂ ਭੁੱਲ ਗਏ ਆ। ਤੇ ਕਿ ਸ਼ਾਇਦ ਉਹਨਾਂ ਨੂੰ ਪਤਾ ਸੀ ਕਿ ਇਹ ਅਸੀਂ ਇਹਨੂੰ ਖਤਮ ਨਹੀਂ ਕਰ ਸਕਦੇ, ਇਹਨੂੰ ਬਦਲਣਾ ਪੈਂਦਾ ਹੈ ਕਿਸੇ ਚੀਜ਼ ਦੇ ਵਿੱਚ। ਬੇਸ਼ੱਕ ਅਸੀਂ ਲਫ਼ਜ਼ਾਂ ਦੇ ਵਿੱਚ ਉਹਨੂੰ ਬਦਲੀਏ, ਲਿਖਾਈ ਦੇ ਵਿੱਚ ਉਹਨੂੰ ਬਦਲੀਏ, ਕਿਸੇ ਵੀ ਤਰੀਕੇ 'ਚ। ਕਿ ਉਹ ਕਹਿੰਦੇ ਸੀ ਇਹਨੂੰ ਥੁੱਕ ਦੇ, ਮਤਲਬ ਕਿ ਇਹਨੂੰ ਹੁਣ ਅਸੀਂ ਬਦਲ ਦੇਣਾ ਹੈ, ਇਹਨੂੰ ਚੇਂਜ ਕਰ ਦਈਏ। ਹਾਂਜੀ, ਸੋ ਗੁੱਸਾ ਜਿਹੜੀ ਹੈ ਉਹ ਇੱਕ ਇਹ ਜਿਹੜੀ ਸਟੇਜ ਆ। ਫਿਰ ਅਸੀਂ ਟੱਚ ਕੀਤਾ ਸੀ ਹੁਣੇ, ਜਿਹੜਾ ਆਪਾਂ ਕਹਿੰਦੇ ਕਿ ਸ਼ਾਇਦ ਮੈਂ ਇਹ ਕੀਤਾ, ਮੈਂ ਉਹ ਕੀਤਾ, ਉਹਨੂੰ ਬਾਰਗੇਨਿੰਗ ਕਹਿੰਦੇ। ਅੱਛਾ, ਬਾਰਗੇਨ ਕਰਨਾ, ਜਿੱਦਾਂ ਸੌਦਾ ਕਰਨਾ।
ਅਸੀਂ ਉਹ ਵੀ ਸਟੇਜ ਸਾਡੀ ਹੁੰਦੀ ਕਿ ਸ਼ਾਇਦ ਜੇ ਮੈਂ ਇਸ ਤਰ੍ਹਾਂ ਕੀਤਾ, ਵਾਟ ਇਫਸ ਜਿਹੜੇ ਅਸੀਂ ਕਹਿੰਦੇ ਇੰਗਲਿਸ਼ ਹਾਂ ਜੇ ਜਿੱਥੇ ਜੇ ਆ ਜਾਂਦੀ ਆ, ਜੇ ਮੈਂ ਪਹਿਲੇ ਟ੍ਰੀਟਮੈਂਟ ਕਰਾ ਲਾਂਗਾ, ਜੇ ਮੈਂ ਆ ਕਰ ਜੇ ਮੈਂ ਜੇ ਕਿਸੇ ਦਾ ਐਕਸੀਡੈਂਟ ਹੋਇਆ, ਹਾਏ ਜੇ ਮੈਂ ਗੱਡੀ 'ਚ ਨਾਲ ਬਹਿੰਦੀ, ਜੇ ਮੈਂ ਨਾ ਜੇ ਮੈਂ ਨਾ, ਆਪਾਂ ਫਿਰ ਹਾਏ ਰੱਬ ਮੈਨੂੰ ਇਸ ਤਰ੍ਹਾਂ ਕਰ ਦਿਓ ਕਿ ਤੁਸੀਂ ਰੱਬ ਨਾਲ ਵੀ ਕਈ ਵਾਰੀ ਤੁਸੀਂ ਸੌਦਾ ਕਰਦੇ ਹੋ। ਹਾਂਜੀ। ਮੈਨੂੰ ਪਤਾ ਕਿ ਮੈਂ ਜਦੋਂ ਆਈ ਸੀਗੀ ਯੂਕੇ ਵਾਪਸ, ਜਦੋਂ ਮੇਰੇ ਪਾਪਾ ਦੀ ਡੈਥ ਹੋਈ ਸੀਗੀ, ਮੈਂ ਕਈ ਵਾਰੀ ਕਹਿਣਾ ਕਿ ਹੁਣ ਕਾਸ਼ ਮੈਂ ਸੌਂ ਜਾਵਾਂ, ਸਵੇਰੇ ਮੈਂ ਉੱਠਾਂ ਤੇ ਰੱਬ ਬਾਬਾ ਜੀ ਪਲੀਜ਼ ਕੁਝ ਵੀ ਨਾ ਹੋਇਆ ਹੋਵੇ, ਉਹ ਇੱਥੇ ਹੋਣ, ਇਹ ਸਾਰਾ ਸੁਪਨਾ ਹੋਵੇ ਪੈੜਾ। ਇਹ ਅਸੀਂ ਬਾਰਗੇਨਿੰਗ ਆਪਾਂ ਕਰਦੇ, ਰੱਬ ਦੇ ਨਾਲ ਸੌਦਾ ਕਰਦੇ। ਕਿ ਮੈਂ ਆਪਣੀ ਦੋਸਤ ਦੀ ਗੱਲ ਕੀਤੀ ਹੈ, ਉਹ ਜਦੋਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਆ, ਉਹਨਾਂ ਨੇ ਵੀ ਮੈਨੂੰ ਇਸ ਤਰ੍ਹਾਂ ਕਿਹਾ ਸੀਗਾ, ਉਹ ਮੈਨੂੰ ਕਹਿੰਦੇ ਕਿ ਕੁਲਜੀਤ ਮੇਰੇ ਸਾਰੇ ਪੈਸੇ ਲੈ ਲਾ, ਸਾਰਾ ਕੁਝ ਲੈ ਲਾ, ਪਰ ਉਹ ਮੈਨੂੰ ਵਾਪਸ ਕਰ ਦੇ। ਇਹ ਸੌਦਾ ਹੈ ਕਿ ਮੇਰੇ ਤੋਂ ਇਹ ਲੈ ਲਾ ਤੇ ਇਹ ਮੈਨੂੰ ਦੇ ਦੇ, ਮੈਨੂੰ ਇਹ ਕਰ ਦੇ। ਪਰ ਇਹ ਤੁਸੀਂ ਰੱਬ ਦੀ ਗੱਲ ਕੀਤੀ ਹੈ ਕਿ ਰੱਬ ਦੇ ਨਾਲ ਸੌਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮੈਂ ਇਹ ਕਰ ਲਾਂਗੀ, ਵਾਪਸ ਮੋੜ ਦੇ ਮੈਨੂੰ ਉਹ ਇਨਸਾਨ। ਪਰ ਸਾਡੀ ਬਾਣੀ ਵਿੱਚ ਵੀ ਕਹਿੰਦੇ ਨਾ ਅਜੂ ਹੈ, ਅਸੀਂ ਸੌਦਾ ਨਹੀਂ ਕਰ ਸਕਦੇ। ਆਪਾਂ ਕਈ ਵਾਰੀ ਆ ਵੀ ਕਹਿ ਦਿੰਦੇ ਕਾਸ਼ ਰੱਬ ਮੈਨੂੰ ਲੈ ਜਾਂਦਾ। ਇਹ ਵੀ ਸੌਦਾ ਹੀ ਹੈ ਕਿ ਉਹਦੀ ਥਾਂ ਤੇ ਮੈਨੂੰ ਲੈ ਜਾਂਦਾ, ਉਹਦੀ ਥਾਂ ਤੇ ਮੈਨੂੰ ਕਿਉਂ ਨਹੀਂ ਲੈ ਗਿਆ। ਸੋ ਇਹ ਜਿਹੜੀ ਐਕਚੁਅਲੀ ਇਹ ਸਟੇਜ ਹੈ, ਨੋਰਮਲ ਚੀਜ਼ ਹੈ, ਇਟਸ ਨੋਰਮਲ। ਇਹ ਜਦੋਂ ਗ੍ਰੀਫ ਦੇ ਵਿੱਚ ਆਉਂਦਾ ਆ, ਕਿਉਂਕਿ ਤੁਸੀਂ ਉਸ ਟਾਈਮ ਤੇ ਤੁਹਾਡਾ ਦਿਮਾਗ ਚਾਹੁੰਦਾ ਹੈ ਕਿ ਇਹ ਅਨਹੋਣੀ ਹੋ ਜਾਵੇ, ਇਹ ਹੋਏ ਨਾ ਗੱਲ ਕਿ ਇਸ ਤਰ੍ਹਾਂ ਹੋਈ ਹੈ। ਸੋ ਬਾਰਗੇਨਿੰਗ ਆਪਾਂ ਕਰਦੇ ਹਾਂ, ਵਾਟ ਇਫ ਸਿਨੈਰੀਓਜ਼ ਕਰਦੇ ਹਾਂ। ਆਪਾਂ ਕਿਸੇ ਨੂੰ ਕਹਿੰਦੇ ਹੋ ਕਿ ਜੇ ਮੈਂ ਇਸ ਤਰ੍ਹਾਂ ਕਰਦੀ, ਔਰ ਇਸ ਚੀਜ਼ ਦੇ ਵਿੱਚ ਵੀ ਕਈ ਵਾਰੀ ਆਪਾਂ ਸਮੇਂ 'ਤੇ ਕਈ ਵਾਰੀ ਥੋੜ੍ਹੀ ਦੇਰ ਲਈ ਰਹਿ ਸਕਦੇ, ਕਈ ਵਾਰੀ ਪਰ ਯੂਜੂਅਲੀ ਸ਼ੁਰੂ 'ਚ ਮੋਸਟਲੀ ਤਕਰੀਬਨ ਸ਼ੁਰੂਆਤ ਵਿੱਚ ਹੁੰਦੀ ਆ ਮੋਸਟਲੀ। ਪਰ ਕਈ ਵਾਰੀ ਬੰਦਾ ਜਦੋਂ ਬਾਅਦ ਵਿੱਚ ਵੀ ਆਉਂਦਾ, ਉਹ ਤੋਂ ਵੀ ਸੋਚਦਾ ਹਾਏ ਸ਼ਾਇਦ ਅਸੀਂ ਇੱਦਾਂ ਕਰ ਲਾਂਦੇ। ਕਿਉਂਕਿ ਮੈਂ ਵੀ ਕਹਿੰਦੇ ਨੇ ਕਿ ਜਿਹੜਾ ਫਸਟ ਈਅਰ ਹੁੰਦਾ ਉਹ ਮੁਸ਼ਕਿਲ ਹੁੰਦਾ ਆ। ਮੈਨੂੰ ਤਾਂ ਲੱਗਦਾ ਹਰ ਸਾਲ ਆਪਣੇ ਓਨ ਚੈਲੰਜਿਸ, ਆਪਣੇ ਓਨ ਮੁਸ਼ਕਿਲਾਂ ਲਿਆਉਂਦਾ ਆ, ਠੀਕ ਹੈ। ਫਸਟ ਜਿਹੜਾ ਸਾਲ ਹੁੰਦਾ, ਫਸਟ ਸਾਰਾ ਕੁਝ ਹੁੰਦਾ, ਪਹਿਲਾ ਟਾਈਮ, ਪਹਿਲਾ ਜਨਮ ਦਿਨ, ਪਹਿਲਾ ਐਨੀਵਰਸਰੀ ਹੋ ਗਿਆ, ਜਾਂ ਪਹਿਲੀ ਅਸੀਂ ਜਿਹੜੇ ਵੀ ਤਿਉਹਾਰ ਮਨਾਉਂਦੇ ਹਾਂ ਕਿ ਪਹਿਲੀ ਦੀਵਾਲੀ ਹੈ ਉਹਦੇ ਬਿਨਾਂ, ਇਹ ਪਹਿਲਾ ਜਨਮ ਦਿਨ ਹੈ ਉਹਦੇ ਬਿਨਾਂ, ਉਹ ਤਾਂ ਹਾਂਜੀ ਉਹ ਤਾਂ ਹੋਣਾ ਹੀ ਹੋਣਾ, ਮਤਲਬ ਕਿਉਂਕਿ ਉਹ ਪਹਿਲਾ ਆ। ਪਰ ਬਾਕੀ ਉਸ ਤੋਂ ਬਾਅਦ ਜਿਹੜਾ ਦੂਸਰਾ, ਤੀਸਰਾ, ਜਿਹੜੇ ਸਾਰੇ ਯੂਜੂਅਲੀ ਪਹਿਲਾਂ ਪਹਿਲੇ ਜਿਹੜੇ ਤਿਉਹਾਰ ਆਉਂਦੇ ਮੋਸਟਲੀ ਸਾਰਿਆਂ ਨੂੰ ਪਤਾ ਹੁੰਦਾ ਆ, ਉਹ ਥੋੜ੍ਹੇ ਸੈਂਸਿਟਿਵ ਹੁੰਦੇ। ਆਪਣੀ ਸੁਸਾਇਟੀ ਵਿੱਚ ਜੋ ਟਾਈਮ ਵੱਧਦਾ ਜਾਂਦਾ ਆ, ਦੂਸਰਾ, ਤੀਸਰਾ, ਚੌਥਾ, ਫਿਰ ਸਾਰੇ ਮਤਲਬ ਕਿ ਆਪਣੀ ਲਾਈਫ 'ਚ ਅੱਗੇ ਜਾਂਦੇ। ਅਤੇ ਜਿਹੜਾ ਬੰਦਾ ਸੋਗ ਮਨਾਉਂਦਾ ਆ ਉਹ ਉੱਥੇ ਕਈ ਵਾਰੀ ਉੱਥੇ ਵੀ ਫਿਰ ਕਈ ਵਾਰੀ ਇਹ ਚੀਜ਼, ਜਿੱਦਾਂ ਮੈਂ ਕਹਿੰਦੀ ਸੀ, ਆਪਾਂ ਟੱਪ ਕੇ ਫਿਰ ਵਾਪਸ ਆ ਸਕਦੇ ਸਟੇਜਿਸ 'ਤੇ। ਸੋ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ ਸੀ। ਮੈਂ ਵੀ ਸੋਚਿਆ ਸੀ ਕਿ ਥੋੜ੍ਹੀ ਸਾਲ, 1.5 ਸਾਲ ਬਾਅਦ ਹਾਏ ਕਾਸ਼ ਅਸੀਂ ਇਸ ਤਰ੍ਹਾਂ ਹੈਲਪ ਲੈ ਲੈਂਦੇ, ਕਾਸ਼ ਅਸੀਂ ਇਸ ਤਰ੍ਹਾਂ ਕਰਦੇ। ਮੇਰੀ ਮੰਮੀ ਨੇ ਵੀ ਮੇਰੇ ਨਾਲ ਗੱਲ ਕਰਨੀ ਕਿ ਅਸੀਂ ਠੀਕ ਕੀਤਾ ਜੋ ਕੀਤਾ, ਉਸ ਟਾਈਮ ਤੁਹਾਨੂੰ ਲੱਗਦਾ ਅਸੀਂ ਸਾਰਾ ਕੁਝ ਕੀਤਾ। ਸੋ ਇਹ ਜਦੋਂ ਅਸੀਂ ਸੋਚਦੇ ਹਾਂ, ਇਹ ਜਦੋਂ ਸਾਡੇ ਮਨ ਦੇ ਵਿੱਚ ਚੀਜ਼ਾਂ ਚੱਲਦੀਆਂ, ਉਹ ਲਹਿਰਾਂ ਅਸੀਂ ਤੈਰਦੇ ਹਾਂ। ਇਹੀ ਉਹ ਚੀਜ਼ ਜਿਹੜੀ ਉਹ ਬਾਰਗੇਨਿੰਗ ਇਹਨੂੰ ਕਹਿੰਦੇ ਆ। ਇਹ ਵੀ ਬਹੁਤ ਆਮ ਹੈ। ਇਹ ਸੋਚ ਜਿਹੜੀ ਹੈ ਤੁਹਾਡੀ ਮਾੜੀ ਨਹੀਂ ਆ, ਚੰਗੀ ਨਹੀਂ ਹੈ, ਸਿਰਫ ਤੁਹਾਡੀ ਸੋਚ ਹੈ ਉਸ ਟਾਈਮ 'ਤੇ। ਔਰ ਇਹ ਅਗੇਨ ਜੋ ਮੈਂ ਕਹੀ ਜਾਂਦੀ ਹਾਂ ਆਮ ਆ। ਹਾਂਜੀ, ਆਈ ਥਿੰਕ ਸਭ ਤੋਂ ਵੱਡੀ ਗੱਲ ਇਹੀ ਹੈ ਨਾ, ਅਸੀਂ ਇਹ ਸੀਜ਼ਨ ਸ਼ੁਰੂ ਹੀ ਇੱਥੇ ਕੀਤਾ ਸੀਗਾ, ਇਹ ਅਵੇਅਰਨੈਸ ਲੈ ਕੇ ਆਉਣ ਲਈ ਕਿ ਇਹ ਸਾਰੀਆਂ ਗੱਲਾਂ ਆਮ ਨੇ। ਇਹ ਕੋਈ ਐਕਸਕਲੂਸਿਵ ਨਹੀਂ ਹੈ ਕਿ ਇਹ ਸਿਰਫ ਮੇਰੇ ਨਾਲ ਐਸਾ ਹੋ ਰਿਹਾ ਜਾਂ ਇਹ ਸਿਰਫ ਤੇਰੇ ਨਾਲ ਐਸਾ ਹੋ ਰਿਹਾ। ਇਹ ਹਰ ਇੱਕ ਦੇ ਨਾਲ ਹੁੰਦਾ ਹੈ। ਡਿਫਰੈਂਟ ਅਲੱਗ ਥਰੀਕੇ ਨਾਲ ਹੋ ਸਕਦਾ, ਪਰ ਉਹ ਜਿਹੜੇ ਜਜ਼ਬਾਤ ਹੁੰਦੇ ਨੇ ਉਹ ਸਿਮਿਲਰ। ਹਾਂਜੀ। ਸੋ ਇਹ ਜਿਹੜੀ ਸੀ ਸਟੇਜ ਆਪਾਂ ਹੁਣ ਦੇਖੋ ਕਿਹੜੀ ਕੀਤੀ, ਡਿਨਾਇਲ ਕੀਤੀ, ਆਪਾਂ ਬਾਰਗੇਨਿੰਗ ਕੀਤੀ, ਸੌਦਾ ਕਰਨਾ, ਗੁੱਸਾ ਕੀਤੀ, ਔਰ ਗੁੱਸਾ, ਠੀਕ ਹੈ। ਫਿਰ ਇੱਕ ਹੋਰ ਸਟੇਜ ਮੰਨਦੇ ਨੇ ਜਿਹਨੂੰ ਗ੍ਰੀਫ ਦੇ ਵਿੱਚ ਜਿਹੜੀ ਡਿਪਰੈਸ਼ਨ ਆਉਂਦੀ ਹੈ। ਡਿਪਰੈਸ਼ਨ, ਹਾਂਜੀ, ਓਕੇ। ਇਹ ਜਿਹੜੀ ਗ੍ਰੀਫ ਦੇ ਵਿੱਚ ਡਿਪਰੈਸ਼ਨ ਆਉਂਦੀ ਹੈ, ਇਟ ਇਜ਼ ਨਾਟ ਉਹੀ ਡਿਪਰੈਸ਼ਨ ਜਿਹੜੀ ਕੋਈ ਆਮ ਤਰੀਕੇ ਨੂੰ ਕੋਈ ਡਿਪਰੈਸਡ ਆ। ਇਹ ਡਿਪਰੈਸ਼ਨ ਹੈ ਜਿਹੜੀ, ਕਿਉਂਕਿ ਇਹ ਉਸ ਚੀਜ਼ ਦੇ ਨਾਲ ਜੁੜੀ ਹੋਈ ਹੈ, ਉਸ ਸਦਮੇ ਦੇ ਨਾਲ ਜੁੜੀ ਹੋਈ ਹੈ, ਇਹ ਉਸ ਦੁੱਖ ਦੇ ਨਾਲ ਜੁੜੀ ਹੁੰਦੀ ਹੈ। ਸੋ ਗ੍ਰੀਫ ਦੀ ਜਿਹੜੀ ਡਿਪਰੈਸ਼ਨ ਹੈ, ਉਹ ਜਿਹੜੀ ਬਹੁਤ ਗੂੜਾ ਦੁੱਖ, ਜਿਹੜਾ ਤੁਹਾਨੂੰ ਜਿਹੜੇ ਕਹਿੰਦੇ ਨਾ ਸੱਟ, ਤੁਹਾਨੂੰ ਗੂੜੀ ਸੱਟ ਲੱਗੀ ਹੋਏ
ਤੇ ਉਹ ਸੱਟ ਕਰਕੇ ਤੁਸੀਂ ਆਪਣੇ ਆਪ ਵਿੱਚ ਬਹੁਤ ਦੁਖੀ ਹੋਵੋ, ਇਕੱਲਾਪਨ ਹੋਵੇ, ਤੁਹਾਨੂੰ ਥਕਾਵਟ ਹੋਵੇ, ਡਿਪਰੈਸ਼ਨ ਦੇ ਵਿੱਚ ਤੁਹਾਨੂੰ ਪਤਾ ਕਈ ਵਾਰੀ ਕਿਸੇ ਦਾ ਦਿਲ ਉਸ ਟਾਈਮ ਤੇ ਦਿਲ ਵੀ ਨਹੀਂ ਕਰਦਾ ਹੁੰਦਾ ਕਿ ਤੁਸੀਂ ਉੱਠ ਕੇ ਨਹਾਓ, ਹਾਂਜੀ, ਆਪਣੀ ਅਸੀਂ ਆਪਣਾ ਧਿਆਨ ਵੀ ਰੱਖੀਏ, ਖਾਣਾ ਪੀਣਾ ਜੋ ਵੀ ਤੁਹਾਡੀ ਕਈ ਵਾਰੀ ਜੋ ਆਮ ਨੋਰਮਲ ਚੀਜ਼ਾਂ ਨੇ ਆਪਾਂ ਸਾਡਾ ਉਹ ਵੀ ਨਹੀਂ ਮਨ ਕਰਦਾ, ਸਾਨੂੰ ਐਫਰਟ ਲੱਗਦਾ, ਸਾਡਾ ਮਨ ਨਹੀਂ ਕਰਦਾ ਕਿ ਅਸੀਂ ਕਿਸੇ ਨਾਲ ਬੋਲੀਏ, ਫੋਨ ਆਉਂਦਾ ਸਾਡਾ ਮਨ ਨਹੀਂ ਕਰਦਾ ਅਸੀਂ ਕਿਸੇ ਨਾਲ ਫੋਨ ਤੇ ਗੱਲ ਕਰੀਏ, ਕੋਈ ਸਾਨੂੰ ਬਾਰ-ਬਾਰ ਕੋਈ ਪੁੱਛਦਾ ਸਾਡਾ ਮਨ ਜਿੱਦਾਂ ਇੱਕਦਮ ਹੌਲਾ ਤੇ ਦੁਖੀ, ਉਹ ਡਿਪਰੈਸ਼ਨ ਹੁੰਦੀ ਆ। ਉਸ ਡਿਪਰੈਸ਼ਨ ਦੇ ਵਿੱਚ ਫਿਰ ਤੁਹਾਡਾ ਜਿਹੜੀ ਹੈਲਥ ਆ, ਫਿਜ਼ੀਕਲ ਹੈਲਥ ਵੀ ਉਹ ਵੀ ਡਾਊਨ ਜਾ ਸਕਦੀ ਹੈ। ਹਾਂਜੀ, ਕਿਉਂਕਿ ਸਾਡੀ ਮਾਨਸਿਕ ਸਿਹਤ ਸਾਡੀ ਸਰੀਰਕ ਸਿਹਤ ਦੇ ਨਾਲ ਬਹੁਤ ਜੁੜੀ ਹੋਈ ਹੈ। ਬਿਲਕੁਲ। ਤੇ ਇਹ ਡਿਪਰੈਸ਼ਨ, ਤੁਸੀਂ ਡਿਪਰੈਸ਼ਨ ਤੋਂ ਪਹਿਲਾਂ ਦੂਸਰੀਆਂ ਸਟੇजेस ਦੀ ਗੱਲ ਕੀਤੀ ਹੈ, ਜਿਵੇਂ ਗੁੱਸੇ ਦੀ ਹੋ ਗਈ ਤੇ ਜਾਂ ਜਿਵੇਂ ਸੌਦੇ ਵਾਲੀ ਹੋ ਗਈ, ਤੇ ਡਿਪਰੈਸ਼ਨ ਦਾ ਐਕਚੁਅਲੀ ਮਤਲਬ ਹੀ ਹੈ ਨਾ ਕਿ ਦਬਾ ਦੇਣਾ, ਡਿਪਰੈਸ਼ਨ ਮਤਲਬ ਕਿ ਦਬਾ ਦੇਣੀ ਕੋਈ ਵੀ ਚੀਜ਼। ਸੋ ਅਸੀਂ ਜਦੋਂ ਦੂਜੇ ਜਜ਼ਬਾਤ ਦਬਾ ਦਿੰਨੇ ਆ, ਅਸੀਂ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੰਦੇ, ਤਾਂ ਫਿਰ ਉਹਨਾਂ ਦੇ ਕਰਕੇ ਵੀ ਸਾਨੂੰ ਡਿਪਰੈਸ਼ਨ ਹੋ ਜਾਂਦੀ ਹੈ। ਜੇ ਗ੍ਰੀਫ ਦੇ ਵਿੱਚ ਅਸੀਂ ਕਹਿੰਦੇ ਡਿਪਰੈਸ਼ਨ ਇਜ਼ ਦ ਆਪੋਜ਼ਿਟ ਆਫ ਐਕਸਪ੍ਰੈਸ਼ਨ। ਹਾਂਜੀ, ਕਿਉਂਕਿ ਐਕਸਪ੍ਰੈਸ ਕਰਨਾ ਉਹ ਹੋ ਗਿਆ ਕਿ ਜਿਹੜਾ ਅਸੀਂ ਜ਼ਾਹਿਰ ਕਰ ਦਿੱਤਾ, ਤੇ ਡਿਪਰੈਸ਼ਨ ਉਹ ਹੋ ਗਈ ਜਿਹੜੀ ਚੀਜ਼ ਨੂੰ ਅਸੀਂ ਦਬਾਈ ਜਾਏ। ਔਰ ਜਿੰਨਾ ਅਸੀਂ ਜੇ ਕਿਸੇ ਨੇ, ਮੇਰੇ ਕਲਾਇੰਟਸ ਜੋ ਮੇਰੇ ਕੋਲ ਆਉਂਦੇ ਨੇ, ਜੇ ਉਹਨਾਂ ਨੇ ਸੋਗ ਨਹੀਂ ਮਨਾਇਆ, ਜੇ ਜਿਸ ਟਾਈਮ ਕਿਸੇ ਦੀ ਡੈਥ ਹੋ ਗਈ ਉਹ ਬਹੁਤ ਬਿਜ਼ੀ ਸੀਗੇ, ਜਿਹੜੇ ਆਪਾਂ ਰੀਤ ਰਿਵਾਜ ਗੱਲ ਕੀਤੀ ਸੀਗੀ ਉਹਨਾਂ ਦੇ ਵਿੱਚ ਉਹਨਾਂ ਦੀ ਫੈਮਲੀਜ਼ ਨੇ, ਉਹਨਾਂ ਨੇ ਬੱਚਿਆਂ ਨੂੰ ਸਾਂਭਣਾ ਆ, ਆਪਣੇ ਕੰਮ ਨੂੰ ਸਾਂਭਣਾ ਆ, ਸੋ ਉਹਨਾਂ ਨੂੰ ਸਮਾਂ ਹੀ ਨਹੀਂ ਮਿਲਿਆ ਜਜ਼ਬਾਤ ਮਹਿਸੂਸ ਕਰਨ ਦਾ। ਔਰ ਅੱਜ ਦੀ ਸੋਸਾਇਟੀ ਦੇ ਵਿੱਚ ਸਮਾਂ ਤਾਂ ਇਹੋ ਜਿਹੀ ਚੀਜ਼ ਹੈ, ਅੱਜ ਕੱਲ ਕੋਈ ਪਰਸੋਂ ਮਰਿਆ ਤੇ ਅੱਜ ਤੁਸੀਂ ਬੈਕ ਟੂ ਵਰਕ, ਇਹੋ ਜਿਹੀ ਫਾਸਟ ਪੇਸਡ ਸਾਡੀ ਇੰਨੀ ਫਾਸਟ ਸੋਸਾਇਟੀ ਲਾਈਫ ਹੋ ਗਈ ਹੈ। ਸੋ ਉਹ ਜਿਹੜਾ ਸਮਾਂ ਸਾਨੂੰ ਨਹੀਂ ਮਿਲਦਾ, ਅਸੀਂ ਉਸ ਚੀਜ਼ ਨੂੰ ਜੋ ਐਕਸਪ੍ਰੈਸ ਨਹੀਂ ਕਰਦੇ, ਅਸੀਂ ਦੱਸਦੇ ਨਹੀਂ ਕਿਸੇ ਨੂੰ ਕਿ ਸਾਡੇ ਕੀ ਅੰਦਰ ਹੋ ਰਿਹਾ, ਅਸੀਂ ਕੀ ਫੀਲ ਕਰ ਰਹੇ, ਸਾਡੀ ਲਾਈਫ ਕਿਸ ਤਰ੍ਹਾਂ ਬਦਲ ਗਈ ਹੈ। ਹਾਂਜੀ, ਔਰ ਲਾਈਫ ਬਦਲ ਜਾਂਦੀ ਹੈ ਕਿਉਂਕਿ ਉਹ ਤੁਹਾਡੇ ਰੋਲਸ ਬਦਲ ਜਾਂਦੇ ਨੇ। ਜੇ ਕੋਈ ਤੁਹਾਡੀ ਫੈਮਿਲੀ ਵਿੱਚ ਤੁਹਾਡਾ ਪਾਰਟਨਰ ਸੀ, ਹੁਣ ਤੁਹਾਨੂੰ ਉਹ ਤੁਹਾਡੇ ਪਾਰਟਨਰ ਦੇ ਕੰਮ ਕਰਨੇ ਪੈਂਦੇ ਨੇ। ਕਈ ਤੁਹਾਨੂੰ ਸਿੱਖਣਾ ਪੈਂਦਾ ਆ, ਕੋਈ ਪਤਾ ਵੀ ਨਹੀਂ ਹੁੰਦਾ। ਜੇ ਕੋਈ ਤੁਹਾਡਾ ਜਿੱਦਾਂ ਕੋਈ ਡੈਡ ਤੁਹਾਡਾ ਗਾਰਡੀਅਨ ਹੋਵੇ, ਤੁਹਾਡਾ ਗਾਈਡ ਹੋਵੇ, ਹੁਣ ਤੁਸੀਂ ਕਿਹਦੇ ਕੋਲ ਜਾ ਕੇ ਸਲਾਹ ਲਵੋ, ਤੁਸੀਂ ਹੁਣ ਆਪਣੇ ਪੈਰਾਂ ਤੇ ਖੜਾ ਹੋਣ ਸਿੱਖ ਰਹੇ ਹੋ। ਇਹ ਚੀਜ਼ ਜੋ ਤੁਸੀਂ ਫੀਲ ਕਰਦੇ ਹੋ, ਤੁਸੀਂ ਕਿਸੇ ਨਾਲ ਤੁਸੀਂ ਗੱਲਬਾਤ ਸ਼ੇਅਰ ਨਹੀਂ ਕਰਦੇ, ਜਾਂ ਤੁਹਾਨੂੰ ਟਾਈਮ ਨਹੀਂ ਲੱਗਿਆ, ਇੱਕ ਤੁਸੀਂ ਰੋਏ ਨਹੀਂ ਅੱਛੀ ਤਰ੍ਹਾਂ। ਹਾਂਜੀ, ਔਰ ਇਹ ਚੀਜ਼ ਗੁਰਜੀਤ ਮੈਂ ਐਸਪੈਸ਼ਲੀ ਆਪਣੇ ਵੀਰਾਂ ਲਈ, ਆਪਣੇ ਜਿਹੜੇ ਆਦਮੀ ਆ ਉਹਨਾਂ ਲਈ, ਕਿਉਂਕਿ ਸਾਡੇ ਮੋਸਟ ਕਲਚਰ, ਸਿਰਫ ਸਾਡਾ ਕਲਚਰ ਨਹੀਂ ਪਰ ਮੋਸਟ ਸੁਸਾਇਟੀਜ਼ ਦੇ ਵਿੱਚ ਆਦਮੀਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਐਕਸਪ੍ਰੈਸ਼ਨ, ਇੱਕ ਤਾਂ ਤੁਸੀਂ ਸ਼ੋ ਨਾ ਕਰੋ, ਹਾਂਜੀ, ਕਿ ਤੁਸੀਂ ਸਟਰੋਂਗ ਹੋਵੋ, ਤੁਸੀਂ ਆਦਮੀ ਹੋ, ਬੀ ਦ ਮੈਨ। ਹਾਂਜੀ, ਬਿਲਕੁਲ। ਇੱਕ ਉਹ ਚੀਜ਼ ਹੁੰਦਾ। ਇੱਕ ਆਦਮੀ ਖੁਦ ਸੋਚਦੇ ਨੇ ਕਿ ਜੇ ਮੈਂ ਹੀ ਕਰ ਰਿਹਾ ਤੇ ਬਾਕੀਆਂ ਨੂੰ ਕੀ ਹੋਏਗਾ। ਹਾਂਜੀ, ਠੀਕ ਹੈ। ਸੋ ਇਹ ਚੀਜ਼ ਆ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਦਬਾ ਕੇ ਰੱਖਦੇ ਨੇ। ਸੋ ਉਹ ਜਦੋਂ ਦਬਾ ਕੇ ਰੱਖਦੇ ਨੇ ਕਿੰਨੀ ਦੇਰ ਲਈ, ਉਹ ਫਿਰ ਅੰਦਰ ਰੱਖਣਾ, ਉਹ ਫਿਰ ਜਦੋਂ ਵੱਧ ਜਾਂਦਾ ਹੈ, ਇਹ ਡਿਪਰੈਸ਼ਨ ਗ੍ਰੀਫ ਦੇ ਵਿੱਚ ਆ ਜਾਂਦੀ ਹੈ। ਹੁਣ ਜੇ ਤੁਸੀਂ GP ਕੋਲ ਜਾਓਗੇ, GP ਤੁਹਾਨੂੰ ਜਾਂ ਕਾਉਂਸਲਿੰਗ ਜਾਂ ਇਹੋ ਜਿਹੀ ਚੀਜ਼ ਐਡਵਾਈਸ ਕਰਨਗੇ, ਤੁਹਾਨੂੰ ਮੈਡੀਕੇਸ਼ਨ ਵੀ ਦੇ ਸਕਦੇ ਇਸ ਸਮੇਂ 'ਤੇ। ਮੈਨੂੰ ਮੈਡੀਕੇਸ਼ਨ ਆਫਰ ਕੀਤੀ ਸੀਗੀ, ਪਰ ਮੈਨੂੰ ਉਸ ਟਾਈਮ 'ਤੇ ਉਹਦਾ ਫਾਇਦਾ ਨਹੀਂ ਹੋਇਆ ਕਿਉਂਕਿ ਮੈਂ ਜਦੋਂ ਐਕਚੁਅਲੀ ਆਪਣੇ ਇਮੋਸ਼ਨਸ ਨੂੰ ਫੀਲ ਕਰਨਾ ਚਾਹੁੰਦੀ ਸੀਗੀ, ਉਹ ਮੈਨੂੰ ਇੱਦਾਂ ਲੱਗਦਾ ਸੀ ਕਿ ਮੈਨੂੰ ਨਮ ਕਰਤਾ ਆ। ਹਾਂਜੀ, ਕਈ ਵਾਰੀ ਸਾਡੀ ਦਵਾਈ ਦੇ ਨਾਲ, ਜਦੋਂ ਅਸੀਂ ਡਿਪਰੈਸ਼ਨ ਦੀ ਕੋਈ ਵੀ ਦਵਾਈ ਲੈਂਦੇ ਹਾਂ, ਉਹ ਇਸ ਤਰ੍ਹਾਂ ਕਰ ਦਿੰਦਾ ਕਿ ਜਿਹੜੇ ਸਾਡੇ ਜਜ਼ਬਾਤ ਅੰਦਰ ਦੱਬੇ ਹੁੰਦੇ ਨੇ, ਅਸੀਂ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ, ਉਹਨਾਂ ਨੂੰ ਸੁੰਨ ਕਰ ਦਿੰਦਾ, ਉਹਨਾਂ ਨੂੰ ਦਬਾਈ ਰੱਖਦਾ। ਸੋ ਇਸ ਕਰਕੇ ਉਹ ਜ਼ਰੂਰੀ ਨਹੀਂ ਹੈ ਕਿ ਉਹ ਸਾਡੇ ਫਾਇਦੇ ਵਿੱਚ ਹੀ ਕੰਮ ਕਰੇਗੀ। ਇਹਦਾ ਇਹ ਨਹੀਂ ਮਤਲਬ ਕਿ ਜਿਨ੍ਹਾਂ ਨੂੰ ਡਿਪਰੈਸ਼ਨ ਹੈਗੀ ਹੈ ਕਿ ਉਹ ਦਵਾਈ ਨਾ ਲੈਣ, ਜ਼ਰੂਰ ਲੈਣੀ ਚਾਹੀਦੀ ਹੈ, ਪਰ ਹਰ ਇਨਸਾਨ ਵੱਖਰਾ ਹੁੰਦਾ ਹੈ। ਕਈਆਂ ਨੂੰ ਹੈਲਪ ਵੀ ਕਰਦੀ ਹੈ ਕਿਉਂਕਿ ਉਸ ਟਾਈਮ 'ਤੇ ਤੁਹਾਨੂੰ ਲੋੜ ਹੁੰਦੀ ਹੈ। ਸੋ ਇਹਦੇ 'ਚ ਉਹ ਕਿ ਉਸ ਟਾਈਮ 'ਤੇ ਤੁਹਾਨੂੰ ਡੈਫੀਨੇਟਲੀ ਤੁਸੀਂ ਆਪਣੇ GP ਨਾਲ ਗੱਲ ਕਰੋ, ਆਪਣੇ ਕਲੋਜ਼ ਦੋਸਤਾਂ ਨਾਲ, ਰਿਸ਼ਤੇਦਾਰ ਜਿਨ੍ਹਾਂ ਨੂੰ ਤੁਹਾਡੇ 'ਤੇ ਵਿਸ਼ਵਾਸ ਹੈ, ਤੁਸੀਂ ਉਹਨਾਂ ਨਾਲ ਗੱਲ ਕਰੋ, ਸ਼ੇਅਰ ਕਰੋ। ਹਾਂਜੀ, ਸੋ ਇਹ ਸੀਗੀ ਡਿਪਰੈਸ਼ਨ ਦੀ ਸਟੇਜ। ਸੋ ਇੱਕ 5ਵੀਂ ਸਟੇਜ ਹੁੰਦੀ ਜਿਹੜੀ ਐਕਸੈਪਟੈਂਸ।
ਐਕਸੈਪਟੈਂਸ ਆ ਨਹੀਂ ਕਿ ਮੰਨਣਾ ਕਿ ਉਹ ਡੈਥ ਹੋਈ ਆ, ਐਕਸੈਪਟੈਂਸ ਕਿ ਹੁਣ ਮੈਂ ਇੱਥੇ ਹੈਗੀ ਹਾਂ, ਮੈਂ ਹੁਣ ਆਪਣੀ ਲਾਈਫ ਵਿੱਚ ਕਿੱਦਾਂ ਵਧਣਾ ਹੈ। ਹਾਂਜੀ, ਉਸ ਚੀਜ਼ ਤੇ ਇਹ ਜਿਹੜਾ ਮੇਰੇ ਲੋਸ ਆਇਆ ਮੇਰੀ ਜ਼ਿੰਦਗੀ 'ਚ, ਜੋ ਸਾਨੂੰ ਇਕਾਟ ਪਈ ਆ ਕਿਸੇ ਚੀਜ਼ ਦੀ, ਕਿਸੇ ਇਨਸਾਨ ਦੀ, ਅਸੀਂ ਹੁਣ ਇਸ ਚੋਂ ਅੱਗੇ ਕਿਸ ਤਰ੍ਹਾਂ ਐਕਸੈਪਟੈਂਸ ਜਿਹੜੀ ਉਹ ਕਈਆਂ ਲਈ ਸੌਖੀ ਹੁੰਦੀ ਆ, ਕਈਆਂ ਲਈ ਇਹ ਮੁਸ਼ਕਿਲ ਹੁੰਦੀ ਆ। ਅਗੇਨ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਤਾਂ ਮੈਂ ਇੱਕ ਹੋਰ ਸਟੇਜ ਲਿਆਉਂਦੀ ਹਾਂ ਕਿ ਉਹ ਐਕਸੈਪਟੈਂਸ ਦੇ ਨਾਲ ਮੀਨਿੰਗ, ਮਤਲਬ ਹਾਂਜੀ, ਜੋ ਸਾਡੀ ਔਰ ਦਿਸ ਇਜ਼ ਵਾਟ ਇਹ ਮੈਂ ਆਪਣੀ ਖੁਦ ਦੀ ਜ਼ਿੰਦਗੀ ਵਿੱਚ ਹੁਣ ਕਰਦੀ ਹਾਂ। ਇਹ ਦੋ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ, ਅਖੀਰਲੀ ਸਟੇਜ ਜਿਹੜੀ ਐਕਸੈਪਟੈਂਸ ਹੁੰਦੀ ਹੈ ਤੇ ਮੀਨਿੰਗ ਦੇਣਾ, ਭੈਣ ਜੀ ਇਹ ਤੁਸੀਂ ਅਗਲੇ ਸ਼ੋਅ ਦੇ ਵਿੱਚ ਇਹਦੇ ਬਾਰੇ ਸਾਡੇ ਨਾਲ ਗੱਲਾਂ ਕਰੋਗੇ ਤਾਂ ਕਿ ਅਸੀਂ ਤੁਹਾਡੇ ਤੋਂ ਵੀ ਸਿੱਖ ਸਕੀਏ ਤੇ ਜੋ ਵੀ ਕੋਈ ਇਹੋ ਜਿਹੀ ਚੀਜ਼ ਦੇ ਵਿੱਚੋਂ ਗੁਜ਼ਰ ਰਿਹਾ ਕਿ ਉਹ ਆਪਣੀ ਲਾਈਫ ਦੇ ਵਿੱਚ ਵੀ ਇਹ ਚੀਜ਼ ਲੈ ਕੇ ਆ ਸਕੇ। ਬਿਲਕੁਲ, ਹਾਂਜੀ, ਕਿਉਂਕਿ ਹੁਣ ਸਾਡੇ ਕੋਲੇ ਸਮਾਂ ਹੁੰਦਾ ਤੇ ਅਸੀਂ ਜ਼ਰੂਰ ਇਹਦੇ ਬਾਰੇ ਗੱਲ ਕਰਦੇ, ਪਰ ਹੁਣ ਸਮੇਂ ਦੀ ਘਾਟ ਕਰਕੇ ਇਹ ਆਪਾਂ ਅਗਲੇ ਸ਼ੋਅ ਦੇ ਵਿੱਚ ਗੱਲ ਕਰਾਂਗੇ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਸਾਂਝ ਪਾਈ। ਤੇ ਅਗਲਾ ਸ਼ੋਅ ਅਗਲੇ ਸੋਮਵਾਰ ਸ਼ਾਮੀ 6:30 ਵਜੇ ਤੇ ਰਿਪੀਟ ਸ਼ਨੀਵਾਰ ਸਵੇਰੇ 11:30 ਵਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।